ਤੁਸੀਂ ਸੁਣ ਰਹੇ ਹੋ ਸੰਸਾਰ ਪ੍ਰਸਿੱਧ ਪੁਸਤਕ ਮੇਰਾ ਦਾਗਿਸਤਾਨ। ਲੇਖਕ ਰਸੂਲ ਹਮਜ਼ਾ ਤੋਬ ਦੀ ਲਿਖੀ ਇਹ ਪੁਸਤਕ ਅਤੇ ਮੈਂ ਆਪ ਸਾਰਿਆਂ ਦਾ ਸਾਥੀ ਕੁਲਦੀਪ ਦਲੇਰ। ਮੇਰੇ ਰਾਹ ਸਦਾ ਤੋਂ ਹੀ ਸਿੱਧੇ ਸਪਾਟ ਨਹੀਂ ਰਹੇ, ਸਦਾ ਹੀ ਮੇਰੇ ਸਾਲ ਚਿੰਤਾ ਮੁਕਤ ਨਹੀਂ ਰਹੇ। ਮੇਰੇ ਸਮਕਾਲੀ ਤੇਰੇ ਹੀ ਵਾਂਗ ਮੈਂ ਵੀ ਆਪਣੇ ਯੁੱਗ ਦੀ ਹਲਚਲ, ਦੁਨੀਆ ਦੀ ਉਥਲ-ਪੁਥਲ ਅਤੇ ਬੜੀਆਂ ਅਹਿਮ ਘਟਨਾਵਾਂ ਦੇ ਵਾਵਰੋਲੇ ਵਿੱਚ ਰਿਹਾ ਹਾਂ। ਹਰ ਅਜਿਹੀ ਘਟਨਾ ਲੇਖਕ ਦੇ ਦਿਲ ਨੂੰ ਜਿਵੇਂ ਵਿਲੁੰਦਰ ਕੇ ਰੱਖ ਦਿੰਦੀ ਹੈ। ਲੇਖਕ ਕਿਸੇ ਘਟਨਾ ਦੀ ਖੁਸ਼ੀ ਤੇ ਦੁੱਖ ਦੀ ਪ੍ਰਤੀ ਉਦਾਸੀਨ ਨਹੀਂ ਰਹਿ ਸਕਦਾ। ਉਹ ਬਰਫ਼ ਦੇ ਉਗੜਨ ਵਾਲੀਆਂ ਪੈੜਾਂ ਨਹੀਂ, ਸਗੋਂ ਪੱਥਰ 'ਤੇ ਹੀ ਕੀਤੀ ਗਈ ਉਕਰਾਈ ਹੁੰਦੇ ਨੇ। ਹੁਣ ਮੈਂ ਅਤੀਤ ਬਾਰੇ ਆਪਣੀ ਸਾਰੀ ਜਾਣਕਾਰੀ ਤੇ ਭਵਿੱਖ ਬਾਰੇ ਆਪਣੇ ਸਾਰੇ ਖਿਆਲਾਂ ਨੂੰ ਇੱਕ ਤਾਰ ਵਿੱਚ ਪਰੋ ਕੇ ਤੇਰੇ ਕੋਲ ਆ ਰਿਹਾ ਹਾਂ। ਤੇਰੇ ਬੂਹੇ 'ਤੇ ਦਸਤਕ ਦਿੰਦਾ ਹਾਂ ਅਤੇ ਕਹਿੰਦਾ ਹਾਂ, ਮੇਰੇ ਪਿਆਰੇ ਦੋਸਤ, ਇਹ ਮੈਂ ਹਾਂ, ਮੈਨੂੰ ਅੰਦਰ ਆਉਣ ਦੇਵੋ। ਆਪਣੇ ਪਾਠਕਾਂ ਨੂੰ ਸੰਬੋਧਨ ਕਰਦਿਆਂ ਲਿਖੀਆਂ ਗਈਆਂ ਰਸੂਲ ਹਮਜ਼ਾ ਤੋਬ ਦੀਆਂ ਇਹ ਸਤਰਾਂ ਉਹਨਾਂ ਦੀ ਮੁਕੰਮਲ ਰਚਨਾ ਦੇ ਐਲਾਨਨਾਮੇ ਵਾਂਗ ਹੈ। ਰਸੂਲ ਹਮਜ਼ਾ ਤੋਬ ਅਤੇ ਮੇਰਾ ਦਾਗਿਸਤਾਨ। ਰਸੂਲ ਹਮਜ਼ਾ ਤੋਬ ਆਪਣੇ ਸਮੇਂ ਦੇ ਹੀ ਨਹੀਂ, ਸਗੋਂ ਇਸ 20ਵੀਂ ਸਦੀ ਦੇ ਮਕਬੂਲ ਲੋਕ ਕਵੀਆਂ ਵਿੱਚੋਂ ਸਿਰਮੌਰ ਕਵੀ ਸਨ। ਇੱਕ ਛੋਟੇ ਜਿਹੇ ਦੇਸ਼ ਦਾਗਿਸਤਾਨ ਵਿੱਚ ਜੰਮੇ ਪਲੇ ਇਹਨਾਂ ਦਾ ਜਨਮ 8 ਸਤੰਬਰ 1923 ਨੂੰ ਤਸਾਦਾ ਦੇ ਅਵਾਰ ਪਿੰਡ ਵਿੱਚ ਹੋਇਆ, ਜੋ ਕਿ ਕਾਕੇਸ਼ੀਆ ਦੇ ਉੱਤਰ ਪੂਰਬ ਦੇ ਨਾਲ ਲੱਗਦਾ ਹੈ। ਇਹਨਾਂ ਦੀ ਮਾਂ ਬੋਲੀ ਅਵਾਰ ਭਾਸ਼ਾ ਸੀ। ਬਚਪਨ ਤੋਂ ਹੀ ਇਹਨਾਂ ਨੂੰ ਕੁਦਰਤ ਨਾਲ ਬੜਾ ਲਗਾਅ ਸੀ। ਇਹਨਾਂ ਨੇ ਕਵਿਤਾਵਾਂ ਰਚਣ ਤੋਂ ਇਲਾਵਾ ਵਾਰਤਕ 'ਤੇ ਵੀ ਹੱਥ ਅਜ਼ਮਾਇਆ। ਮੇਰਾ ਦਾਗਿਸਤਾਨ ਵਾਰਤਕ ਦਾ ਹੀ ਇੱਕ ਰੂਪ ਹੈ। ਰਸੂਲ ਹਮਜ਼ਾ ਤੋਬ ਨੂੰ ਕਵੀ ਬਣਨ ਦੀ ਪ੍ਰੇਰਣਾ ਵਿਰਸੇ ਵਿੱਚ ਮਿਲੀ। ਇਹਨਾਂ ਦੇ ਪਿਤਾ ਹਮਜ਼ਾਤ ਤਸਾਦਾ ਨੂੰ ਲੋਕ ਕਵੀ ਹੋਣ ਦੀ ਉਪਾਧੀ ਮਿਲੀ ਹੋਈ ਸੀ। ਇਹ ਗੱਲ ਸੱਚ ਹੈ ਕਿ ਬਚਪਨ ਤੋਂ ਹੀ ਉਹ ਆਪਣੇ ਪਿਤਾ ਦੀ ਕਲਾਕਾਰੀ ਤੋਂ ਪ੍ਰਭਾਵਿਤ ਸਨ। ਦਾਗਿਸਤਾਨ ਵਿੱਚ ਜੰਮਦੇ ਬੱਚੇ ਨੂੰ ਭੰਗੂੜੀ ਵਿੱਚ ਹੁੰਦਿਆਂ ਹੀ ਮਾਵਾਂ ਕੋਲੋਂ ਲੋਰੀਆਂ ਗਾ ਕੇ ਆਪਣੀ ਜਨਮ ਭੂਮੀ, ਮਾਂ ਬੋਲੀ, ਦੇਸ਼ ਦੇ ਪਹਾੜਾਂ, ਕੈਸਪੀਅਨ ਸਾਗਰ, ਝੀਲਾਂ, ਨਦੀਆਂ ਤੇ ਉੱਥੋਂ ਦੀਆਂ ਸਾਰੀਆਂ ਜਾਤੀਆਂ, ਕੌਮਾਂ ਤੇ ਖ਼ਾਸ ਕਰਕੇ ਇਨਸਾਨਾਂ ਨਾਲ ਪਿਆਰ ਕਰਨਾ ਸਿਖਾਇਆ ਜਾਂਦਾ ਹੈ। ਅਸਲ ਵਿੱਚ ਇਹ ਇਹਨਾਂ ਦਾ ਆਪਣੇ ਦੇਸ਼ ਪ੍ਰਤੀ ਅਥਾਹ ਪਿਆਰ ਦਾ ਇੱਕ ਛੋਟਾ ਜਿਹਾ ਨਮੂਨਾ ਮਾਤਰ ਹੀ ਹੈ। ਮੇਰਾ ਦਾਗਿਸਤਾਨ। ਹੁਣ ਗੱਲ ਕਰਦੇ ਹਾਂ ਰਸੂਲ ਹਮਜ਼ਾ ਤੋਬ ਨੂੰ ਕਵੀ ਬਣਨ ਦੀ ਚੇਟਕ ਦੀ, ਜੋ ਇਹਨਾਂ ਨੂੰ ਆਪਣੇ ਪਿਤਾ ਪਾਸੋਂ ਹੀ ਲੱਗੀ। ਪਰ ਇਹਨਾਂ ਦੇ ਕਵੀ ਬਣਨ ਦੀ ਉਸਾਰੀ ਵਿੱਚ ਇਹਨਾਂ ਦੀ ਮਾਂ ਦੀਆਂ ਲੋਰੀਆਂ ਦੇ ਨਾਲ ਪਿਤਾ ਦੇ ਕਾਵਿਕ ਸੁਭਾਅ ਨੇ ਬੜਾ ਅਹਿਮ ਯੋਗਦਾਨ ਪਾਇਆ। ਪਰ ਰਸੂਲ ਹਮਜ਼ਾ ਤੋਬ ਦਾ ਇਹ ਮੰਨਣਾ ਸੀ, ਜੋ ਕਿ ਮੈਨੂੰ ਵੀ ਵਾਜਬ ਲੱਗਦਾ ਹੈ, ਕਵੀ ਹੋਣ ਤੇ ਕਵਿਤਾਵਾਂ ਰਚਨਾ ਅਸੀਂ ਇੱਕ ਦੂਜੇ ਨੂੰ ਕਦੇ ਸਿਖਾ ਨਹੀਂ ਸਕਦੇ। ਹਾਂ, ਇਹ ਜ਼ਰੂਰ ਹੈ ਕਿ ਸਾਨੂੰ ਜੋ ਵਿਰਸੇ ਵਿੱਚ ਮਿਲਦਾ ਹੈ, ਉਹ ਲੋਕਾਂ ਵਿੱਚ ਸਾਨੂੰ ਹਰਮਨ ਪਿਆਰਾ ਤਾਂ ਬਣਾ ਹੀ ਸਕਦਾ ਹੈ, ਜਦੋਂ ਸਾਡੇ ਪਿਤਾ ਕੋਈ ਸਧਾਰਨ ਇਨਸਾਨ ਨਾ ਹੋ ਕੇ ਲੋਕ ਕਵੀ ਹੋਣ, ਪਰ ਰਸੂਲ, ਕਲਾ, ਕੌਸ਼ਲਤਾ
ਤੇ ਬੜਾ ਫਖਰ ਕਰਦੇ ਸਨ ਤੇ ਇਹਨਾਂ ਨੇ ਕਲਾ ਕੌਸ਼ਲਤਾ ਨੂੰ ਸਮਝਾਉਣ ਵਾਸਤੇ ਹਥਲੀ ਕਿਤਾਬ ਵਿੱਚ ਇੱਕ ਪੂਰਾ ਅਧਿਆਇ ਜੋੜ ਦਿੱਤਾ। ਇਸ ਅਧਿਆਇ ਵਿੱਚ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ 2 ਭਰਾ ਹੋਰ ਸਨ ਜੋ ਕਿ ਕਵੀ ਨਹੀਂ ਸਨ। ਫਿਰ ਪਿਤਾ ਪੁਰਖੀ ਵਿਰਸਾ ਇਹਨਾਂ ਨੂੰ ਵੀ ਤਾਂ ਮਿਲਿਆ ਹੀ ਸੀ ਨਾ। ਕਿਸੇ ਕਵੀ ਪਿਤਾ ਦੇ ਪੁੱਤਰ ਦਾ ਕਵੀ ਹੋਣਾ ਕੋਈ ਕੁਦਰਤੀ ਵਹਿਣ ਨਹੀਂ ਹੁੰਦਾ। ਇਹ ਤਾਂ ਕਲਾ ਕੌਸ਼ਲਤਾ ਹੀ ਹੁੰਦੀ ਹੈ ਜੋ 2 ਸਾਧਾਰਨ ਇਨਸਾਨਾਂ ਨੂੰ ਇੱਕ ਦੂਜੇ ਕੋਲੋਂ ਵੱਖ ਕਰਦੀ ਹੈ। ਇੱਕ ਕਵੀ ਸਦਾ ਹੀ ਆਪਣੀ ਮਾਂ ਬੋਲੀ ਤੇ ਆਪਣੇ ਸੱਭਿਆਚਾਰ ਨੂੰ ਟਪੂਸੀਆਂ ਮਾਰ ਮਾਰ ਕੇ ਅੱਗੇ ਨਹੀਂ ਵਧਾਉਂਦਾ, ਸਗੋਂ ਇਹ ਸਾਰਾ ਕੁਝ ਇੱਕ ਪ੍ਰਕਿਰਿਆ ਵਿੱਚ ਅੱਗੇ ਵੱਧਦਾ ਹੈ। ਮਾਂ ਬੋਲੀ ਨਾਲ ਉਸ ਸਮੇਂ ਦੇ ਲੋਕਾਂ ਨੂੰ ਜੋੜਨਾ ਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਮਾਂ ਬੋਲੀ ਤੇ ਸੱਭਿਆਚਾਰ ਨੂੰ ਜਿੰਦਾ ਰੱਖਣਾ 1-2 ਦਿਨਾਂ ਵਿੱਚ ਹੋਣ ਵਾਲਾ ਕੰਮ ਨਹੀਂ ਤੇ ਨਾ ਹੀ ਕਾਹਲੀ ਦਾ ਕੰਮ ਹੈ। ਇਹ ਪ੍ਰਕਿਰਿਆ ਇੰਝ ਚੱਲਦੀ ਹੋਈ ਅੱਗੇ ਵੱਧਦੀ ਹੈ ਕਿ ਲੋਕ ਮਨਾਂ ਵਿੱਚ ਸਮਾ ਜਾਂਦੀ ਹੈ ਅਤੇ ਇਹਨਾਂ ਦੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ। ਰਸੂਲ ਦਾ ਕਹਿਣਾ ਸੀ ਕਿ ਜੇ ਇਨਸਾਨ ਵਿੱਚ ਕਲਾ ਕੌਸ਼ਲਤਾ ਹੈ ਹੀ ਨਹੀਂ ਤਾਂ ਪਿਤਾ ਕੋਲੋਂ ਮਿਲੀ ਵਿਰਾਸਤ ਉਹਦੇ ਕਿਸੇ ਕੰਮ ਦੀ ਨਹੀਂ। ਪਰ ਹਾਂ, ਜੇ ਕਿਸੇ ਵਿੱਚ ਕਲਾ ਕੌਸ਼ਲਤਾ ਦਾ ਗੁਣ ਹੈ ਤਾਂ ਪਿਤਾ ਵੱਲੋਂ ਵਿਰਸੇ ਵਿੱਚ ਮਿਲਿਆ ਸਿਰਜਣਾਤਮਕਤਾ ਭਰਿਆ ਖਜ਼ਾਨਾ ਜ਼ਰੂਰ ਹੀ ਉਹਦੇ ਲਈ ਅਨਮੋਲ ਖਜ਼ਾਨਾ ਹੁੰਦਾ ਹੈ। ਉਹ ਹਮਜ਼ਾਤ ਤਸਾਦਾਸਾ ਦੀ ਮਕਬੂਲੀਅਤ ਤੋਂ ਮੁਨਕਰ ਨਹੀਂ ਸਨ, ਬਸ ਆਪਣੀ ਇੱਕ ਵੱਖਰੀ ਪਛਾਣ ਬਣਾਉਣਾ ਚਾਹੁੰਦੇ ਸਨ ਜਿਸ ਵਿੱਚ ਉਹ ਕਾਮਯਾਬ ਰਹੇ। ਉਹ ਇਹਨਾਂ ਦੇ ਪਿਤਾ ਹੀ ਨਹੀਂ ਸਨ ਜਿਨ੍ਹਾਂ ਨੇ ਰਸੂਲ ਦੀਆਂ ਮਾਸਕੋ ਵਿੱਚ ਅਧਿਆਪਕ ਸਿਖਲਾਈ ਇੰਸਟੀਚਿਊਟ ਵਿੱਚ ਰਹਿੰਦਿਆਂ ਲਿਖੀਆਂ ਕਵਿਤਾਵਾਂ ਵਿੱਚ ਕਈ ਉਣਤਾਈਆਂ ਕੱਢੀਆਂ ਤੇ ਇਹਨਾਂ ਨੂੰ ਲੀਹ ਤੇ ਲਿਆਉਣ ਲਈ ਪਿਤਾ ਪੁੱਤਰ ਵਿੱਚ ਪੂਰੀ ਬਹਿਸ ਛਿੜੀ ਰਹੀ। ਜਿਸ ਬਹਿਸ ਦਾ ਇਹ ਨਤੀਜਾ ਨਿਕਲਿਆ, ਸਾਨੂੰ ਸਦਾ ਲੋਕਾਂ ਦੇ ਪੱਧਰ ਤੱਕ ਜਾ ਕੇ ਹੀ ਨਹੀਂ ਲਿਖਦੇ ਰਹਿਣਾ ਚਾਹੀਦਾ, ਸਗੋਂ ਸਮਾਂ ਬੀਤਣ ਨਾਲ ਲੋਕਾਂ ਦਾ ਪੱਧਰ ਹੌਲੀ ਹੌਲੀ ਉੱਚਾ ਚੁੱਕਦੇ ਰਹਿਣਾ ਚਾਹੀਦਾ ਹੈ। ਲੋਕਾਂ ਦੀ ਸੋਚ ਦਾ ਮਿਆਰ ਉੱਚਾ ਚੁੱਕਣ ਦੀ ਜ਼ਿੰਮੇਵਾਰੀ ਸਾਹਿਤ ਤੇ ਸਾਹਿਤਕਾਰਾਂ ਦੀ ਹੀ ਹੁੰਦੀ ਹੈ। ਫਿਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਰਸੂਲ ਨੂੰ ਬੜੀ ਸ਼ਿੱਦਤ ਨਾਲ ਇਹ ਅਹਿਸਾਸ ਹੋਇਆ ਕਿ ਇਹਨਾਂ ਦੇ ਪਿਤਾ ਨੇ ਹੀ ਇਹਨਾਂ ਦੀ ਲੇਖਣੀ ਨੂੰ ਟਰੈਕ ਤੇ ਲਿਆਂਦਾ ਸੀ। ਇਸ ਪੂਰੀ ਕਿਤਾਬ ਵਿੱਚ ਰਸੂਲ ਨੇ ਕਈ ਥਾਈਂ ਇਹ ਜ਼ਿਕਰ ਕੀਤਾ ਹੈ ਕਿ ਬੰਦੇ ਦਾ ਕਵੀ ਬਣਨਾ ਉਹਦੇ ਸੁਭਾਅ ਵਿਚਲੀ ਸੂਖਮਤਾ ਤੇ ਕੁਦਰਤ ਸੰਗੀਤ ਪ੍ਰੇਮੀ ਹੋਣ ਦੇ ਉਹਦੇ ਅੰਦਰਲੀ ਕਲਾ ਕੌਸ਼ਲਤਾ ਤੇ ਨਿਰਭਰ ਕਰਦਾ ਹੈ, ਨਾ ਕਿ ਆਪਾਂ ਕਿਸੇ ਨੂੰ ਵੀ ਫੜ ਕੇ ਤੇ ਕਵਿਤਾ ਲਿਖਣ ਦੀ ਸਿਖਲਾਈ ਦੇ ਕੇ ਉਸ ਨੂੰ ਕਵੀ ਬਣਾ ਸਕਦੇ ਹਾਂ। ਇਹਨਾਂ ਦਾ ਕਹਿਣਾ ਸੀ ਕਿ ਅੰਦਰਲੇ ਭਾਵ ਹੀ ਤਾਂ ਬਾਹਰ ਆਉਂਦੇ ਹਨ। ਹਾਂ, ਇਹ ਗੱਲ ਵੀ ਇਹਨਾਂ ਨੇ ਪ੍ਰਵਾਨ ਕੀਤੀ ਕਿ ਅਸੀਂ ਬਾਹਰੋਂ ਜੋ ਕੁਝ ਵੇਖਦੇ ਸੁਣਦੇ ਹਾਂ ਉਹ ਪਹਿਲਾਂ ਹੀ ਸਾਡੇ ਅੰਦਰ ਹੀ ਤਾਂ ਜਾਂਦਾ ਹੈ, ਪਰ ਇਹ ਸਿੱਧਾ ਹੀ ਬਾਹਰ ਕਾਗਜ਼ ਤੇ ਨਹੀਂ ਉਤਾਰਿਆ ਜਾਣਾ ਚਾਹੀਦਾ। ਬਾਹਰਲੀ ਦੁਨੀਆ ਤੋਂ ਜੋ ਕੁਝ ਅਸੀਂ ਦੇਖਿਆ ਸੁਣਿਆ ਤੇ ਹੰਢਾਇਆ ਹੁੰਦਾ ਹੈ ਉਹ ਆਪਣੀ ਪ੍ਰਕਿਰਿਆ ਪੂਰੀ ਕਰਦਿਆਂ ਆਪ ਮੁਹਾਰੇ ਹੀ ਕਾਗਜ਼ ਤੇ ਲੱਥ ਜਾਂਦਾ ਹੈ। ਬਸ ਇਹੀ ਪ੍ਰਕਿਰਿਆ ਹੀ ਕਿਸੇ ਸਧਾਰਨ ਇਨਸਾਨ ਨੂੰ ਕਵੀ ਬਣਾਉਂਦੀ ਹੈ। ਰਸੂਲ ਨੂੰ ਆਪਣੇ ਸਮੇਂ ਵਿੱਚ ਕਈ ਤਗਮੇ ਤੇ ਪੁਰਸਕਾਰ ਮਿਲੇ। ਇਹਨਾਂ ਵਿੱਚ ਕੁਝ ਕੁ ਦਾ ਮੈਂ ਇੱਥੇ ਜ਼ਿਕਰ ਕਰ ਰਹੀ ਹਾਂ। ਦੇਸ਼ ਦੇ ਸਾਹਿਤ ਤੇ ਲੋਕ ਗਤੀਵਿਧੀਆਂ ਨੂੰ ਵਿਕਸਿਤ ਕਰਨ ਦੇ ਬਾਕਮਾਲ ਯੋਗਦਾਨ ਪਾਉਣ ਲਈ ਇਹਨਾਂ ਨੂੰ ਐਂਡਰਿਊ ਪੁਰਸਕਾਰ 8 ਸਤੰਬਰ 2003 ਰੂਸ ਦੇ ਬਹੁਕੌਮੀ ਸੱਭਿਆਚਾਰ ਸਾਹਿਤ ਤੇ ਸਮਾਜਿਕ ਗਤੀਵਿਧੀਆਂ ਦੇ ਵਿਕਾਸ ਵਿੱਚ ਅਤੁੱਲ ਯੋਗਦਾਨ ਦੇਣ ਲਈ ਇਹਨਾਂ ਨੂੰ ਆਰਡਰ ਆਫ ਮੈਰਿਟ ਆਫ ਫਾਦਰਲੈਂਡ ਤੀਜਾ ਦਰਜਾ 18 ਅਪ੍ਰੈਲ 1999 ਆਰਡਰ ਆਫ ਫਰੈਂਡਸ਼ਿਪ ਆਫ ਪੀਪਲਸ ਦਾ ਪੁਰਸਕਾਰ ਮਿਲਿਆ। ਇਹਨਾਂ ਪੁਰਸਕਾਰਾਂ ਤੋਂ ਇਲਾਵਾ 4 ਵਾਰ ਲੈਨਿਨ ਪੁਰਸਕਾਰ 1963 ਵਿੱਚ,
ਅਕਤੂਬਰ ਇਨਕਲਾਬ ਦੇ ਨਾਂ ਤੇ ਕਿਰਤੀਆਂ ਦੇ ਨਾਲ ਬੈਨਰ ਲਈ 4 ਵਾਈ ਪੁਰਸਕਾਰ ਮਿਲਿਆ। ਇਹਨਾਂ ਨੂੰ 1952 ਵਿੱਚ ਸਟਾਲਿਨ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ 20ਵੀਂ ਸਦੀ ਦੇ ਸਰਵੋੱਤ ਕਵੀ ਏਸ਼ੀਆ ਤੇ ਅਫਰੀਕਾ ਵਿੱਚ ਲੋਟਸ ਲੇਕ ਪੁਰਸਕਾਰ, ਜਵਾਹਰ ਲਾਲ ਨਹਿਰੂ ਪੁਰਸਕਾਰ, ਫਿਰਦੋਵਸੀ ਪੁਰਸਕਾਰ, ਹਰਿਸਟੋ ਬੀਟੋਵ ਕਲਾ ਅਤੇ ਸਾਹਿਤ ਲਈ ਸੋਲੋਖੋਵ ਪੁਰਸਕਾਰ, ਲੈਰਮਨਤੋਵ, ਫਾਡੀਵ, ਬਾਟੀਅਰ, ਮਹਿਮੂਦ ਸਟਾਲਸਕੀ, ਤਸ਼ਾਦਾ, ਜਾਰਜੀਆ ਵਿੱਚ ਗੋਲਡਨ ਫਲੀਸ ਆਦਿ ਪੁਰਸਕਾਰਾਂ ਨਾਲ ਨਿਵਾਜਿਆ ਗਿਆ। 2013 ਵਿੱਚ ਰੂਸ ਵਿੱਚ ਰਸੂਲ ਹਮਜ਼ਾਤੋਵ ਦੇ ਨਾਮ ਦੀ ਰਸੀਦੀ ਟਿਕਟ ਵੀ ਜਾਰੀ ਕੀਤੀ ਗਈ। ਦੂਜਾ ਕਾਰਨ ਇਹ ਹੈ ਕਿ ਹਥਲੀ ਕਿਤਾਬ ਵਿੱਚ ਦਾਗਿਸਤਾਨ ਦੇ ਲੋਕਾਂ ਦਾ ਆਪਣੀ ਜਨਮ ਭੂਮੀ ਪ੍ਰਤੀ ਅਥਾਹ ਪਿਆਰ ਇਹ ਹੋਣਾ ਵੀ ਚਾਹੀਦਾ ਹੈ ਕਿ ਜਿੱਥੇ ਸਾਡਾ ਜਨਮ ਹੋਇਆ ਹੈ ਉਸ ਦੇਸ਼ ਨੂੰ ਅਸੀਂ ਛੱਡ ਕੇ ਕਿਵੇਂ ਸਕਦੇ ਹਾਂ। ਸਾਡੇ ਦੇਸ਼ ਦੀ ਮਿੱਟੀ ਦੀ ਖੁਸ਼ਬੂ, ਹਵਾ ਦੀ ਠੰਡਕ, ਛੱਲਾਂ ਮਾਰਦੇ ਸਮੁੰਦਰ, ਰੰਗ ਬਿਰੰਗੇ ਲੋਕ, ਸਾਡਾ ਸੰਗੀਤ, ਸਾਡਾ ਸੱਭਿਆਚਾਰ, ਸਾਡਾ ਸਾਹਿਤ, ਸਾਡਾ ਪਹਿਰਾਵਾ ਅਤੇ ਸਾਡਾ ਖਾਣ ਪੀਣ ਵਿਸਾਰਿਆ ਹੀ ਕਿਵੇਂ ਜਾ ਸਕਦਾ ਹੈ। ਸਾਨੂੰ ਆਪਣੀ ਜਨਮ ਭੂਮੀ ਦੀ ਹਰ ਛੋਟੀ ਤੋਂ ਛੋਟੀ ਚੀਜ਼ ਨਾਲ ਪਿਆਰ ਹੋਣਾ ਚਾਹੀਦਾ ਹੈ। ਹਥਲੀ ਕਿਤਾਬ ਵਿੱਚ ਆਪਣੀ ਜਨਮ ਭੂਮੀ ਦੀ ਰੱਖਿਆ ਲਈ ਲੋਕਾਂ ਨੇ ਕਿੰਨਾ ਲਹੂ ਵਹਾਇਆ ਹੈ ਤੇ ਮਰਨ ਤੋਂ ਪਹਿਲਾਂ ਉਹਨਾਂ ਦੀ ਇਹੀ ਇੱਛਾ ਰਹੀ ਹੈ ਕਿ ਇਹਨਾਂ ਨੂੰ ਆਪਣੇ ਦੇਸ਼ ਭੂਮੀ ਵਿੱਚ ਹੀ ਕਬਰ ਨਸੀਬ ਹੋਵੇ। ਤੀਜਾ ਕਾਰਨ ਹੈ ਸੰਗੀਤ। ਹਥਲੀ ਕਿਤਾਬ ਅੰਦਰ ਤੁਸੀਂ ਹਰ ਪਾਤਰ ਨੂੰ ਸੰਗੀਤ ਪ੍ਰੇਮੀ ਦੇਖੋਗੇ। ਸੰਗੀਤ ਦਾਗਿਸਤਾਨੀਆਂ ਦੇ ਜੀਵਨ ਵਿੱਚ ਇੰਜ ਰਮਿਆ ਪਿਆ ਹੈ ਜਿਵੇਂ ਨਸ਼ਾਂ ਦੇ ਵਿੱਚ ਦੌੜਦਾ ਲਹੂ ਹੋਵੇ। ਮੇਰਾ ਵੀ ਇਹੀ ਮੰਨਣਾ ਹੈ ਕਿ ਇਨਸਾਨ ਕਿੰਨਾ ਵੀ ਸੰਵੇਦਨਸ਼ੀਲ ਹੈ, ਇਹ ਜਾਣਨ ਦੀ ਕਸਵੱਟੀ ਇਹ ਹੈ ਕਿ ਉਹ ਸੰਗੀਤ ਪ੍ਰੇਮੀ ਹੈ ਜਾਂ ਨਹੀਂ। ਹੁਣ ਤੁਸੀਂ ਇਹ ਨਾ ਸੋਚਣਾ ਕਿ ਮੈਂ ਲੱਚਰ ਗਾਇਕੀ ਨੂੰ ਵੀ ਗਿਣ ਰਹੀ ਹਾਂ। ਲੱਚਰ ਗਾਇਕੀ ਤਾਂ ਮੇਰੇ ਅਨੁਸਾਰ ਕੋਈ ਮਿਆਰ ਹੀ ਨਹੀਂ ਹੁੰਦਾ ਤੇ ਨਾ ਹੀ ਮੈਂ ਉਸ ਨੂੰ ਸੰਗੀਤ ਦੀ ਸ਼੍ਰੇਣੀ ਵਿੱਚ ਹੀ ਮੰਨਦੀ ਹਾਂ। ਅਸਲ ਵਿੱਚ ਤਾਂ ਸੰਗੀਤ ਦੇ ਮਿਆਰ ਦੀ ਉਸਾਰੀ ਉਚਾਈ ਮਾਪੀ ਹੀ ਨਹੀਂ ਜਾ ਸਕਦੀ। ਸਿਰਫ ਗਾਉਣ ਲਈ ਹੀ ਨਹੀਂ ਗਾਉਣਾ, ਸਗੋਂ ਲੋਕਾਂ ਨੂੰ ਝੰਜੋੜਨ ਲਈ ਗਾਉਣਾ। ਸੰਗੀਤ ਰਚਣਾ, ਸਾਜ਼ ਵਜਾਉਣਾ, ਇਹ ਹੈ ਸੰਗੀਤ। ਸੰਗੀਤ ਲੋਕਾਂ ਨੂੰ ਨੇੜੇ ਲਿਆਉਂਦਾ ਹੈ। ਸੰਗੀਤ ਭਾਵਨਾਵਾਂ ਪੈਦਾ ਕਰਦਾ ਹੈ। ਸੰਗੀਤ ਸਾਨੂੰ ਕੁਦਰਤ ਨਾਲ ਜੋੜਦਾ ਹੈ। ਸੰਗੀਤ ਭਾਵਨਾ ਨੂੰ ਪੈਦਾ ਕਰਦਾ ਹੈ ਤੇ ਭਾਵਨਾਵਾਂ ਸੰਗੀਤ ਨੂੰ ਜਨਮ ਦਿੰਦੀਆਂ ਹਨ। ਚੌਥਾ ਕਾਰਨ ਹੈ ਕੁਦਰਤ ਨਾਲ ਪ੍ਰੇਮ ਕਰਨਾ। ਇੱਕ ਕੁਦਰਤ ਹੀ ਹੈ ਜੋ ਰਹਿੰਦੀ ਦੁਨੀਆ ਤੱਕ ਆਪਣੀ ਇਮਾਨਦਾਰੀ ਤੇ ਨਿਰਪੱਖਤਾ ਤੇ ਨਿਆਂ ਸੰਗਤੀ ਤੇ ਕਾਇਮ ਰਹੇਗੀ। ਕੁਦਰਤ ਮਨੁੱਖ ਜਿਹੀ ਨਹੀਂ ਹੈ ਜੋ ਗਰੀਬਾਂ ਅਤੇ ਅਮੀਰਾਂ ਵਿੱਚ ਭੇਦ ਭਾਵ ਕਰੇ। ਤੁਸੀਂ ਕੁਦਰਤ ਨੂੰ ਸਹਿਜੋ, ਕੁਦਰਤ ਤੁਹਾਨੂੰ ਸਹਿਜੇਗੀ। ਤੁਸੀਂ ਉਸ ਨੂੰ ਤਬਾਹ ਕਰੋਗੇ ਤਾਂ ਉਹ ਵੀ ਤੁਹਾਨੂੰ ਬਖਸ਼ੇਗੀ ਨਹੀਂ। ਕੁਦਰਤ ਨੂੰ ਸਮਝਣ ਤੇ ਮਾਨਣ ਵਾਲਾ ਇਨਸਾਨ ਬਹੁਤ ਸੂਖਮ ਤੇ ਭਾਵਨਾਵਾਂ ਭਰਪੂਰ ਹੁੰਦਾ ਹੈ। ਇਨਸਾਨਾਂ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਤੁਸੀਂ ਕੁਦਰਤ ਨੂੰ ਸਮਝੋ। ਪੰਜਵਾਂ ਕਾਰਨ ਹੈ ਸੱਭਿਆਚਾਰ। ਸੱਭਿਆਚਾਰ ਹਰ ਦੇਸ਼ ਦਾ ਵੱਖ-ਵੱਖ ਹੁੰਦਾ ਹੈ। ਉਸੇ ਦੇਸ਼ ਦੇ ਸਾਰੇ ਰਾਜਾਂ ਦਾ ਆਪਸ ਵਿੱਚ ਸੱਭਿਆਚਾਰ ਨਹੀਂ ਮਿਲਦਾ। ਪਰ ਹਥਲੀ ਕਿਤਾਬ ਅੰਦਰ ਬਾਖੂਬੀ ਦਰਸਾਇਆ ਹੈ ਕਿ ਭਾਵੇਂ ਸਾਡੇ ਆਪਣੇ ਦੇਸ਼ ਅੰਦਰ ਵੱਖ-ਵੱਖ ਸੱਭਿਆਚਾਰ ਹੋਣ, ਪਰ ਹਰ ਸੱਭਿਆਚਾਰ ਦੀ ਇੱਕ ਹੀ ਗਿਰੀ ਹੈ: ਸਵੈਮਾਨ, ਗੈਰਤ, ਅਦਬ, ਮਨੁੱਖਤਾ ਪੱਖੀ ਸੋਚ। ਦੂਸਰੇ ਸੱਭਿਆਚਾਰਾਂ ਦੀ ਇੱਜ਼ਤ ਕਰਨਾ ਹੈ। ਮਨੁੱਖਤਾ ਪ੍ਰਤੀ ਸੰਵੇਦਨਸ਼ੀਲਤਾ ਆਦਿ ਇਸੇ ਵਿੱਚ ਸੁਮਾਰ ਹੁੰਦਾ ਹੈ। ਕਹਿਣ ਤਾਂ ਭਾਵ ਅਸੀਂ ਭਾਸ਼ਾ ਸੱਭਿਆਚਾਰ ਪੱਖੋਂ ਭਾਵੇਂ ਵੱਖ-ਵੱਖ ਕਿਉਂ ਨਾ ਹੋਈਏ, ਪਰ ਹਰ ਸੱਭਿਆਚਾਰ ਵਿਚਲੇ ਜੋ ਨਿਯਮ ਹਨ ਉਹ ਸਾਂਝੇ ਹੀ ਰਹਿੰਦੇ ਹਨ। ਇਸ ਕਿਤਾਬ ਅੰਦਰ ਪੱਤਰ ਪ੍ਰੇਰਕਾਂ ਤੇ ਅਬੂ ਤਾਲਿਬ ਤੇ ਬਾਕੀ ਕਵੀਆਂ ਵਿਚਕਾਰ ਹੁੰਦੇ ਸੰਵਾਦ ਨੂੰ ਪੜ੍ਹ ਕੇ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਜਾਵੇਗਾ ਕਿ ਮੈਂ ਅਸਲ ਵਿੱਚ ਕਹਿਣਾ ਕੀ ਚਾਹੁੰਦੀ ਹਾਂ। ਮੈਂ ਉਰਦੂ ਭਾਸ਼ਾ ਤੋਂ ਪੰਜਾਬੀ ਅਨੁਵਾਦ ਕਰਦਿਆਂ ਬੜਾ ਕੁਝ ਸਿੱਖਿਆ। ਰਾਜ ਕਮਲ ਪ੍ਰਕਾਸ਼ਕ ਵੱਲੋਂ ਛਪੀ ਗਈ ਇਹ ਕਿਤਾਬ ਨੇ
ਜੋ ਮਦਨ ਲਾਲ ਮਧੂ ਜੀ ਵੱਲੋਂ ਅਨੁਵਾਦ ਹੈ, ਵਿੱਚੋਂ ਮੈਨੂੰ ਕਈ ਥਾਈਂ ਰਹਿਨੁਮਾਈ ਕੀਤੀ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਮੈਨੂੰ ਆਪਣਾ ਇਹ ਅਨੁਵਾਦ ਕਰਨ ਦੌਰਾਨ ਇਹਨਾਂ ਵੱਲੋਂ ਅਨੁਵਾਦ ਕੀਤੀ ਕਿਤਾਬ 'ਚੋਂ ਕੁਝ ਥਾਵੀਂ ਮਦਦ ਲੈਣੀ ਪਈ। ਹੁਣ ਅਸੀਂ ਤਰਕ ਭਾਰਤੀ ਪ੍ਰਕਾਸ਼ਨ ਵੱਲੋਂ ਇਹ ਕਿਤਾਬ ਤੁਹਾਡੇ ਤੱਕ ਲੈ ਕੇ ਆਏ ਹਾਂ, ਉਹ ਵੀ ਇੱਕੋ ਜਿਲਦ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਡੇ ਇਸ ਉਪਰਾਲੇ ਨੂੰ ਚੰਗਾ ਹੁਲਾਰਾ ਦੇਵੋਗੇ। ਕਮਲਜੀਤ। ਧੰਨਵਾਦ।